ਕੈਨੇਡਾ ਦੇ ਵਿੱਚ 700 ਵਿਦਿਆਰਥੀਆਂ ਦੇ ਉੱਪਰ ਡਿਪੋਰਟ ਹੋਣ ਦੀ ਤਲਵਾਰ ਲਟਕੀ ਸੀ। ਹਾਲਾਂਕਿ ਉੱਥੋਂ ਦੀ ਸਰਕਾਰ ਨੇ ਉਸ ਸਮੇਂ ਰਾਹਤ ਦੇ ਦਿੱਤੀ ਸੀ ਕਿ ਇਹਨਾਂ ਨੂੰ ਅਜੇ ਅਸੀਂ ਡਿਪੋਰਟ ਨਹੀਂ ਕਰ ਰਹੇ। ਜਿਹੜੇ ਏਜੰਟ ਨੇ ਉਹਨਾਂ ਨੂੰ ਧੋਖੇ ਦੇ ਨਾਲ ਕੈਨੇਡਾ ਭੇਜਿਆ ਸੀ ਬਰਜੇਸ਼ ਮਿਸ਼ਰਾ, ਉਸ ਨੂੰ ਕੈਨੇਡਾ ਦੇ ਬਾਰਡਰ ਤੋਂ ਕੱਲ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਵੱਡੀ ਗੱਲ ਇਹ ਹੈ ਕਿ ਜਿਹੜੇ ਬੱਚੇ ਉੱਥੇ 700 ਵਿਦਿਆਰਥੀ ਹੈਗੇ ਨੇ ਕਿ ਅਸਲ ਦੇ ਵਿੱਚ ਉਹਨਾਂ ਤੇ ਪੱਕੀ ਜਿਹੜੀ ਤਲਵਾਰ ਲਟਕੀ ਹੋਈ ਸੀ ਡਿਪੋਰਟ ਦੀ ਉਹ ਨਿਕਲ ਚੁੱਕੀ ਹੈ, ਰਾਹਤ ਮਿਲ ਚੁੱਕੀ ਹੈ। ਕੈਨੇਡਾ 'ਚ ਘੁਸਪੈਠ ਕਰਦਾ ਫੜਿਆ ਗਿਆ ਕਿਉਂਕਿ ਜਿਸ ਤਰ੍ਹਾਂ ਮੇਰੀ ਗੱਲ ਹੋਈ ਬੇਟੀ ਨਾਲ ਕਿ ਕਾਫੀ ਮੀਡੀਆ ਨੇ ਹਾਈਲਾਈਟ ਕੀਤਾ ਮਸਲਾ, ਕੁਝ ਬੱਚੇ ਉਧਰ ਸਟ੍ਰਾਈਕ ਤੇ ਬੈਠੇ ਹੋਏ ਸੀ, ਉਹਨਾਂ ਸਾਰੀਆਂ ਦੀਆਂ ਐਫਰਟਸ ਨਾਲ ਜਿਹੜਾ ਪ੍ਰੈਸ਼ਰ ਇੱਕ ਬਣਿਆ ਹੋਇਆ ਸੀ। ਜਿਸ ਤਰ੍ਹਾਂ CBSA ਨੂੰ ਵੀ ਇਹਦੇ ਬਾਰੇ ਜਾਣਕਾਰੀ ਸੀ ਕਿ ਇਹ ਬਰਜੇਸ਼ ਮਿਸ਼ਰਾ ਜਿਹੜਾ ਆ ਉਹਦੇ ਕਾਰਨ ਕਰਕੇ ਹੀ ਸਾਰੇ ਬੱਚੇ ਜਿਹੜੇ ਆ ਉਹ ਸਫਰ ਕਰਦੇ ਪਏ ਆ ਤੇ ਉਹਨੂੰ ਰੈਕੋਗਨਾਈਜ਼ ਵੀ ਕਰ ਲਿਆ, ਉਹਨਾਂ ਨੇ ਪਹਿਚਾਣ ਲਿਆ ਤੇ ਇਸ ਕਰਕੇ ਉਹਨੂੰ ਕੱਲ 23 ਜੂਨ ਨੂੰ ਕਸਟਡੀ 'ਚ ਲੈ ਲਿਆ CBSA ਨੇ। 4 ਸੈਕਸ਼ਨਾਂ ਦੇ ਉੱਤੇ FIR ਫਿਲਹਾਲ ਲੌਜ ਹੋਈ ਹੈ। ਸਾਡੇ CP ਸਾਹਿਬ ਦੀ ਸਟੇਟਮੈਂਟ ਵੀ ਸੀ ਕਿ LOC ਇਸ਼ੂ ਕੀਤੀ ਗਈ ਹੈ ਇਹਨੂੰ ਫੜਨ ਵਾਸਤੇ, ਤੇ ਸਾਡੇ 에ਅਰਪੋਰਟਸ 'ਤੇ ਵੀ ਖਬਰ ਹੈਗੀ ਆ ਤੇ ਬਾਕੀ ਬਾਹਰ 에ਅਰਪੋਰਟਸ 'ਤੇ ਵੀ ਖਬਰ ਹੋਏਗੀ ਕਿ ਜਿਹੜਾ ਬਰਜੇਸ਼ ਮਿਸ਼ਰਾ ਵਾ ਇਹ ਕਿਤੇ ਭੱਜ ਨਾ ਪਾਏ। ਤੇ ਹੋ ਸਕਦਾ ਇਹਨੇ ਕੋਈ ਫੌਜ ਡਾਕੂਮੈਂਟ ਬਣਾਏ ਹੋਣ ਜਿਨ੍ਹਾਂ ਦੇ ਕਾਰਨ ਇਹ ਕੈਨੇਡਾ 'ਚ ਐਂਟਰ ਕੀਤਾ ਹੋਵੇ ਤੇ ਉਹਨਾਂ ਡਾਕੂਮੈਂਟਸ ਦਾ ਕਰਕੇ ਉਹਨਾਂ ਨੇ ਇੱਥੇ FIR ਕੀਤੀ ਹੋਵੇ। ਧਰਨਾ ਲੱਗਾ ਸੀ, ਪੂਰਾ ਪ੍ਰੈਸ਼ਰ ਵੀ ਸੀਗਾ ਉਧਰਲੀ ਗਵਰਨਮੈਂਟ ਦੇ ਉੱਪਰ, ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਬੱਚਿਆਂ ਨੂੰ ਡਿਪੋਰਟ ਨਹੀਂ ਕਰ ਰਹੇ, ਤਾਂ ਅਸੀਂ ਫਾਈਲਾਂ ਚੈੱਕ ਕਰਾਂਗੇ, ਜਿਹਦੀ ਗਲਤੀ ਹੋਊਗੀ ਉਹਨੂੰ ਸਜ਼ਾ ਦਿੱਤੀ ਜਾਊਗੀ। ਤੁਹਾਨੂੰ ਲੱਗਦਾ ਕਿ ਉਹ ਆਪਣੀ ਜ਼ਬਾਨ ਦੇ ਉੱਪਰ ਉਹ ਕਾਇਮ ਹੈਗੇ ਨੇ, ਬੱਚਿਆਂ ਦੇ ਉੱਪਰ ਰਾਹਤ ਵਾਲੀ ਜਿਹੜੀ ਕਹਿ ਸਕਦੇ ਆ ਕਿ ਰਾਹਤ ਮਿਲੀ ਹੈ, ਕਿ ਜਾਂ ਫਿਰ ਉਹ ਸਿਰਫ ਇੱਕ ਬਿਆਨ ਹੀ ਸੀਗਾ ਕਿ ਬੱਚੇ ਸਟ੍ਰਾਈਕ ਤੇ ਬੈਠ ਕੇ ਗਵਰਨਮੈਂਟ ਤੇ ਪ੍ਰੈਸ਼ਰ ਹੋਇਆ, ਮੀਡੀਆ ਨੇ ਇੱਧਰੋਂ ਪ੍ਰੈਸ਼ਰ ਪਾਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਫਾਈਲਾਂ ਦੇਖਾਂਗੇ। ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਇਹਨਾਂ ਨੂੰ ਨਹੀਂ ਭੇਜਾਂਗੇ, ਉਹਨਾਂ ਨੇ ਨਹੀਂ ਕਿਹਾ ਕਿ ਡਿਪੋਰਟ ਨਹੀਂ ਕਰਾਂਗੇ, ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਫਾਈਲਾਂ ਅਸੈਪਟ ਕਰ ਲਈਆਂ, ਠੀਕ ਹੈ। ਉਹਨਾਂ ਨੇ ਸਿਰਫ ਇਹ ਕਿਹਾ ਅਸੀਂ ਸੁਣਾਂਗੇ। ਇਹਦਾ ਮਤਲਬ ਸਾਡਾ ਸਾਰਾ ਪ੍ਰੈਸ਼ਰ ਪਾਉਣ ਤੇ ਬੱਚਿਆਂ ਦਾ ਧਰਨੇ ਤੇ ਬਹਿਣ ਦਾ ਸਿਰਫ ਇੰਨਾ ਅਸਰ ਹੋਇਆ ਕਿ ਉਹਨਾਂ ਦੇ ਮੂੰਹ ਚੋਂ ਇੰਨੀ ਗੱਲ ਨਿਕਲੀ ਕਿ ਅਸੀਂ ਸੁਣਾਂਗੇ। ਜਿਵੇਂ ਇੱਕਦਮ ਉਹਨਾਂ ਨੇ ਪ੍ਰੈਸ਼ਰ ਸਰਕਾਰ ਦੇ ਉੱਪਰ ਪਿਆ ਕੈਨੇਡਾ ਦੀ, ਤਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਜਾਂ ਧਰਨਾ ਚੁਕਾਉਣ ਲਈ ਕਹਿ ਦਿੱਤੀ ਜਾਂ ਪ੍ਰੈਸ਼ਰ ਨੂੰ ਥੋੜ੍ਹਾ ਜਿਹਾ ਹੌਲਾ ਕਰਨ ਲਈ ਕਹਿ ਦਿੱਤੀ, ਪਰ ਅਸਲ ਦੇ ਵਿੱਚ ਅਜੇ ਵੀ ਇਹ ਡਿਪੋਰਟ ਦੀ ਤਲਵਾਰ ਬੱਚਿਆਂ ਦੇ ਉੱਪਰ ਲਟਕਦੀ ਪਈ ਹੈ ਜਾਂ ਪੱਕੇ ਤੌਰ ਦੇ ਉੱਪਰ ਇਹ ਨਿਕਲੀ ਨਹੀਂ ਅਜੇ? ਨਹੀਂ, ਪੱਕੇ ਤੌਰ ਤੇ ਤਾਂ ਮੈਨੂੰ ਲੱਗਦਾ ਨਹੀਂ ਨਿਕਲੂਗੀ, ਨਿਕਲਣੀ ਕੀ ਹੈ, ਨਿਕਲੂਗੀ ਵੀ, ਕਿਉਂਕਿ ਦੇਖੋ ਐਜ਼ ਅ ਹੋਲ ਸਾਰੇ ਦੇ ਸਾਰੇ ਅਸੀਂ ਨਹੀਂ ਕਹਿ ਸਕਦੇ ਸਾਰੇ ਬੱਚੇ PR ਕਰ ਦਿਓ ਜਾਂ ਡਿਪੋਰਟ ਦੀ ਤਲਵਾਰ ਨਹੀਂ ਲਟਕਦੀ ਪਈ, ਹੁਣ ਇਹ ਟੈਨਸ਼ਨ ਫਰੀ ਹੋ ਗਿਆ, ਆਊਟ ਆਫ ਡੇਂਜਰ ਆ, ਨਹੀਂ। ਕਿਉਂਕਿ ਜਿੱਦਾਂ ਉਹਨਾਂ ਦੀ ਸਟੇਟਮੈਂਟ ਆ ਕਿ ਇੱਕ ਫਾਈਲ ਦੇਖਾਂਗੇ, ਤੇ ਹੁਣ ਇਹਦਾ ਮਤਲਬ ਇਟ ਵਿਲ ਟੇਕ ਟਾਈਮ, ਲੰਬਾ ਟਾਈਮ ਚੱਲੂਗਾ। 700 ਬੱਚੇ ਦੇ ਜੇ ਕੇਸ ਕੋਰਟ 'ਚ ਪੈਂਡਿੰਗ ਹੋਣਗੇ ਤੇ ਇੱਕ ਨੂੰ ਦੇਖਦੇ ਆ ਕਿੰਨੇ ਸਾਲ ਲੱਗਣਗੇ, ਨਹੀਂ ਪਤਾ ਲੱਗ ਸਕਦਾ। ਤੇ ਫਿਰ ਦੇਖੋ ਫਾਈਨਲੀ ਡਿਸਾਈਡ ਉਹਨਾਂ ਨੇ ਕਰਨਾ, ਡਿਸੀਜਨ ਮੇਕਿੰਗ ਅਥਾਰਟੀ ਉਹ ਆ, ਉਹਨਾਂ ਨੇ ਦੇਖਣਾ ਕਿ ਆਹ ਬੱਚਾ ਇਨਵੋਲਵ ਹੈਗਾ ਸੀ, ਆਹ ਨਹੀਂ ਸੀ, ਠੀਕ ਹੈ। ਉੱਥੇ ਸਾਡੀ ਕੋਈ ਫਿਟਨੈਸ ਨਹੀਂ ਆ, ਉੱਥੇ ਸਾਡੇ ਕੋਈ ਸਰਕਮਸਟੈਂਸਿਸ ਨਹੀਂ ਦੇਖੇ ਜਾਣੇ, ਤੇ ਜੇ ਉਹ ਇੱਦਾਂ ਇਹ ਦੇਖਦੇ ਆ ਕਿ ਬੱਚੇ ਦੀ ਇਨਵੋਲਵਮੈਂਟ ਹੈਗੀ ਕਿ ਨਹੀਂ, ਤਾਂ ਉਹਨੂੰ ਕਿਹਨੂੰ ਇਨਵੋਲਵਮੈਂਟ ਮੰਨਦੇ ਤੇ ਕਿਹਨੂੰ ਨਹੀਂ ਮੰਨਦੇ। ਹੁਣ ਬਰਜੇਸ਼ ਨੂੰ ਇੰਡੀਆ ਲਿਆਉਣ ਲਈ, ਪੰਜਾਬ ਲਿਆਉਣ ਦੇ ਲਈ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਾਂ ਕਦੋਂ ਕਰਨੀ ਹੈ? ਦੇਖੋ ਹੁਣ ਉਹ ਕਸਟਡੀ 'ਚ ਹੈ, ਜਿਸ ਤਰ੍ਹਾਂ ਕੈਨੇਡਾ ਦੀ ਫਿਲਹਾਲ ਉਹ ਬ੍ਰਿਟਿਸ਼ ਕੋਲੰਬੀਆ ਦੀ ਲਾਅ ਇਨਫੋਰਸਮੈਂਟ ਡਿਪਾਰਟਮੈਂਟ ਦੇ ਵਿੱਚ ਕਸਟਡੀ 'ਚ ਹੈ, ਤੇ ਅਸੀਂ ਸਾਡੇ ਕੋਰਟਸ ਬੰਦ ਆ, ਛੁੱਟੀਆਂ ਫਿਲਹਾਲ 1 ਜੁਲਾਈ ਤੱਕ, ਤੇ 1 ਜੁਲਾਈ ਨੂੰ ਕੋਰਟਸ ਖੁੱਲ੍ਹਦੇ ਆ ਤਾਂ ਅਸੀਂ ਇਹਨੂੰ ਐਕਸਟ੍ਰੈਡੀਸ਼ਨ ਦੀ ਐਪਲੀਕੇਸ਼ਨ ਦੇਵਾਂਗੇ ਕੋਰਟ ਦੇ ਵਿੱਚ। ਜਿਹੜੇ ਸਾਡੇ ਡਿਵੀਜ਼ਨ ਨੰਬਰ 6 ਦੇ ਵਿੱਚ ਪਰਚਾ ਦਰਜ ਹੈ ਤੇ ਉਹਦੇ ਇਲਾਕਾ ਮੈਜਿਸਟਰੇਟ ਜਿਹੜੇ CGM ਸਾਹਿਬ ਹੈਗੇ ਆ ਉਹਨਾਂ ਦੇ ਲਾਈ ਕਰਦੀ ਅਸੀਂ ਐਪਲੀਕੇਸ਼ਨ ਫਾਈਲ ਕਰਾਂਗੇ ਤੇ ਫਿਰ ਉੱਧਰੋਂ ਉਹਨੂੰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ, ਠੀਕ ਹੈ। ਜਿਹੜਾ ਪਰਚਾ ਉਹਨਾਂ ਨੇ FIR ਲੌਜ ਕਰਤੀ ਜਾਂ ਪਰਚਾ ਦਰਜ ਕਰਤਾ ਕੈਨੇਡੀਅਨ ਗਵਰਨਮੈਂਟ ਨੇ, ਤੇ ਉਹ ਟਰਾਇਲ ਫੇਸ ਕਰੂਗਾ ਤੇ ਉਧਰੋਂ ਅਸੀਂ ਆਪਣਾ ਜਿਹੜਾ ਇੱਥੇ ਸਾਡੇ 3 ਪਰਚੇ ਹੈਗੇ ਆ, ਜੇ ਸਾਡੀ ਕੇਸ ਵਿੱਚ ਆ ਜਾਂਦਾ 2-3 ਕੇਸ ਹੋਰ ਵੀ ਹੈਗੇ ਆ, ਜੇ ਉਹਨਾਂ 'ਚ ਵੀ ਸੇਮ ਪ੍ਰੋਸੈਸ ਹੁੰਦਾ ਤੇ 3-4 ਕੇਸਾਂ 'ਚ ਉਹ ਵਾਂਟਡ ਹੋਊਗਾ। ਕੈਨੇਡਾ ਦੇ ਵਿੱਚ 700 ਵਿਦਿਆਰਥੀਆਂ ਦੇ ਉੱਪਰ ਡਿਪੋਰਟ ਹੋਣ ਦੀ ਤਲਵਾਰ ਲਟਕੀ ਸੀ। ਹਾਲਾਂਕਿ ਉੱਥੋਂ ਦੀ ਸਰਕਾਰ ਨੇ ਉਸ ਸਮੇਂ ਰਾਹਤ ਦੇ ਦਿੱਤੀ ਸੀ ਕਿ ਇਹਨਾਂ ਨੂੰ ਅਜੇ ਅਸੀਂ ਡਿਪੋਰਟ ਨਹੀਂ ਕਰ ਰਹੇ। ਜਿਹੜੇ ਏਜੰਟ ਨੇ ਉਹਨਾਂ ਨੂੰ ਧੋਖੇ ਦੇ ਨਾਲ ਕੈਨੇਡਾ ਭੇਜਿਆ ਸੀ ਬਰਜੇਸ਼ ਮਿਸ਼ਰਾ, ਉਸ ਨੂੰ ਕੈਨੇਡਾ ਦੇ ਬਾਰਡਰ ਤੋਂ ਕੱਲ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਬਾਅਦ ਅਜੇ ਉਸ ਦੀ ਇੰਟਰੋਗੇਸ਼ਨ, ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਇੱਧਰ ਭੇਜਿਆ। ਹੁਣ ਵੱਡੀ ਗੱਲ ਇਹ ਹੈ ਕਿ ਜਿਹੜੇ ਬੱਚੇ ਉੱਥੇ 700 ਵਿਦਿਆਰਥੀ ਹੈਗੇ ਨੇ ਕਿ ਅਸਲ ਦੇ ਵਿੱਚ ਉਹਨਾਂ ਤੇ ਪੱਕੀ ਜਿਹੜੀ ਤਲਵਾਰ ਲਟਕੀ ਹੋਈ ਸੀ ਡਿਪੋਰਟ ਦੀ ਉਹ ਨਿਕਲ ਚੁੱਕੀ ਹੈ, ਰਾਹਤ ਮਿਲ ਚੁੱਕੀ ਹੈ। ਕਿਉਂਕਿ ਇੱਕ ਪਾਸੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਸਿਰਫ ਤੇ ਸਿਰਫ ਇੱਕ ਇਹ ਮੀਡੀਆ ਟਰਾਇਲ ਸੀਗਾ, ਕਿ ਮੀਡੀਆ ਦਾ ਪ੍ਰੈਸ਼ਰ ਸੀਗਾ, ਉੱਥੇ ਹੋਰ ਦੇਸ਼ਾਂ ਦਾ ਪ੍ਰੈਸ਼ਰ ਸੀਗਾ, ਭਾਰਤ ਦਾ ਪ੍ਰੈਸ਼ਰ ਸੀਗਾ, ਇਸ ਕਰਕੇ ਉਸ ਨੂੰ ਟਾਲਣ ਦੇ ਲਈ ਇਹ ਗੱਲ ਕਹਿ ਦਿੱਤੀ ਗਈ ਕਿ ਅਸੀਂ ਅਜੇ ਡਿਪੋਰਟ ਇਹਨਾਂ ਨੂੰ ਨਹੀਂ ਕਰ ਰਹੇ।
ਪਰ ਕੀ ਉਹ ਬੱਚੇ ਡਿਪੋਰਟ ਹੋਣਗੇ ਜਾਂ ਨਹੀਂ ਹੋਣਗੇ। ਬਰਜੇਸ਼ ਮਿਸ਼ਰਾ ਵੀ ਫੜੇ ਗਏ ਨੇ। ਮੇਰੇ ਨਾਲ ਐਡਵੋਕੇਟ ਨਵਜੋਤ ਕੌਰ ਸਿੱਧੂ ਜੀ ਗੱਲਬਾਤ ਕਰਨ ਦੇ ਲਈ ਮੌਜੂਦ ਹੈਗੇ ਨੇ, ਜਿਨ੍ਹਾਂ ਨੇ ਇੰਡੀਆ ਦੇ ਵਿੱਚ ਬਰਜੇਸ਼ ਮਿਸ਼ਰਾ ਦੇ ਉੱਪਰ FIR ਦਰਜ ਕਰਵਾਈ ਸੀ। ਗੱਲਬਾਤ ਕਰਦੇ ਹਾਂ। ਮੈਮ, ਸਭ ਤੋਂ ਪਹਿਲਾਂ ਇਹੀ ਸਵਾਲ ਕਿ ਇਹ ਬਰਜੇਸ਼ ਮਿਸ਼ਰਾ ਕੈਨੇਡਾ ਦੇ ਬਾਰਡਰ ਦੇ ਉੱਪਰੋਂ ਗ੍ਰਿਫਤਾਰ ਹੋਇਆ, ਇਹ ਕੈਨੇਡਾ ਐਂਟਰ ਹੋ ਰਿਹਾ ਸੀ ਜਾਂ ਕੈਨੇਡਾ ਤੋਂ ਭੱਜ ਰਿਹਾ ਸੀ? ਜਿੱਥੋਂ ਤੱਕ ਮੈਨੂੰ ਖਬਰ ਮਿਲੀ ਆ ਕਹਿੰਦੇ ਕੈਨੇਡਾ 'ਚ ਐਂਟਰ ਹੋ ਰਿਹਾ ਸੀ ਤੇ ਉਦੋਂ CBSA ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਹਾਂਜੀ, ਫਿਰ ਕਿਸੇ ਬਾਹਰਲੇ ਦੇਸ਼ ਚੋਂ ਕੈਨੇਡਾ ਐਂਟਰ ਹੋ ਰਿਹਾ ਸੀ? ਹਾਂ, ਕਿਸੇ ਬਾਹਰਲੇ ਦੇਸ਼ ਚੋਂ ਕੈਨੇਡਾ 'ਚ ਜਾ ਰਿਹਾ ਸੀ। ਕੈਨੇਡਾ ਦੇ ਵਿੱਚ ਅਸੀਂ ਕਹਿੰਦੇ ਸਨੀਕ ਇਨਟੂ ਕੈਨੇਡਾ, ਕਿ ਕੈਨੇਡਾ 'ਚ ਘੁਸਪੈਠ ਕਰਦਾ ਫੜਿਆ ਗਿਆ। ਕਿਉਂਕਿ ਜਿਸ ਤਰ੍ਹਾਂ ਮੇਰੀ ਗੱਲ ਹੋਈ ਬੇਟੀ ਨਾਲ ਕਿ ਕਾਫੀ ਮੀਡੀਆ ਨੇ ਹਾਈਲਾਈਟ ਕੀਤਾ ਮਸਲਾ, ਕੁਝ ਬੱਚੇ ਉੱਧਰ ਸਟ੍ਰਾਈਕ 'ਤੇ ਬੈਠੇ ਹੋਏ ਸੀ, ਉਹਨਾਂ ਸਾਰੀਆਂ ਦੀਆਂ ਐਫਰਟਸ ਨਾਲ ਜਿਹੜਾ ਪ੍ਰੈਸ਼ਰ ਇੱਕ ਬਣਿਆ ਹੋਇਆ ਸੀ। ਜਿਸ ਤਰ੍ਹਾਂ CBSA ਨੂੰ ਵੀ ਇਹਦੇ ਬਾਰੇ ਜਾਣਕਾਰੀ ਸੀ ਕਿ ਇਹ ਬਰਜੇਸ਼ ਮਿਸ਼ਰਾ ਜਿਹੜਾ ਆ ਉਹਦੇ ਕਾਰਨ ਕਰਕੇ ਹੀ ਸਾਰੇ ਬੱਚੇ ਜਿਹੜੇ ਆ ਉਹ ਸਫਰ ਕਰਦੇ ਪਏ ਆ, ਤੇ ਉਹਨੂੰ ਰਿਕੋਗਨਾਈਜ਼ ਵੀ ਕਰ ਲਿਆ, ਉਹਨਾਂ ਨੇ ਪਹਿਚਾਣ ਲਿਆ, ਤੇ ਇਸ ਕਰਕੇ ਉਹਨੂੰ ਕੱਲ 23 ਜੂਨ ਨੂੰ ਕਸਟਡੀ 'ਚ ਲੈ ਲਿਆ CBSA ਨੇ। ਇਸ ਦੇ ਉੱਪਰ ਕਿਹੜੀਆਂ ਧਾਰਾਵਾਂ ਤਹਿਤ ਉਸ 'ਤੇ ਮਾਮਲਾ ਦਰਜ ਹੋਇਆ? ਹਾਂਜੀ, ਉਹਦੇ 'ਚ ਕੁਝ ਮੇਰੇ ਕੋਲ ਬੱਚੇ ਨੇ ਮੈਸੇਜ ਭੇਜਿਆ ਸੀ, ਮੈਂ ਉਹ ਵੀ ਪੜ੍ਹ ਕੇ ਦੱਸ ਦਿੰਦੀ ਹਾਂ। ਜਿਹੜੀਆਂ ਇਹਨਾਂ ਦਾ ਇੱਕ ਐਕਟ ਹੈਗਾ ਜੀ IRPA, ਜਿਹਨੂੰ ਇਹ ਕਹਿੰਦੇ ਨੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ। ਇਹਦੇ ਵਿੱਚ ਇੱਕ ਸੈਕਸ਼ਨ 91 ਹੈ, ਉਹਦਾ ਸਬਸੈਕਸ਼ਨ 1 ਅਨਆਥੋਰਾਈਜ਼ਡ ਰਿਪਰੈਜ਼ੈਂਟੇਸ਼ਨ ਔਰ ਐਡਵਾਈਸ ਫਾਰ ਕੰਸੀਡਰੇਸ਼ਨ। ਇੱਕ ਹੈਗਾ IRPA ਸੈਕਸ਼ਨ, ਉਹਦਾ ਸੈਕਸ਼ਨ 126 ਕਾਉਂਸਲਿੰਗ ਹੈਗੀ ਹੈ, ਕਾਉਂਸਲਿੰਗ ਮਿਸ ਰਿਪਰੈਜ਼ੈਂਟੇਸ਼ਨ, ਕਿਸੇ ਨੂੰ ਗਲਤ ਤੱਥਾਂ 'ਤੇ ਦੇ ਕੇ ਪ੍ਰਭਾਵਿਤ ਕਰਨਾ। ਫਿਰ ਇੱਕ IRPA ਸੈਕਸ਼ਨ ਇਹਦਾ ਹੈਗਾ 127A, ਇਹ ਵੀ ਮਿਸ ਰਿਪਰੈਜ਼ੈਂਟੇਸ਼ਨ ਹੈ, ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਸੇ ਨੂੰ ਮਿਸ ਰਿਪਰੈਜ਼ੈਂਟ ਕਰਨਾ, ਫੈਕਟ ਨੂੰ ਤੋੜ ਮਰੋੜ ਕੇ ਪੇਸ਼ ਕਰਨਾ। ਤੇ ਇੱਕ ਹੈਗਾ ਜੀ IRPA ਸੈਕਸ਼ਨ 127B, ਇਹ ਵੀ ਮਿਸ ਰਿਪਰੈਜ਼ੈਂਟੇਸ਼ਨ ਆ। ਇਹਨਾਂ 4 ਸੈਕਸ਼ਨਾਂ ਦੇ ਉੱਤੇ FIR ਫਿਲਹਾਲ ਲੌਜ ਹੋਈ ਹੈ। ਕੱਲ 23 ਜੂਨ ਨੂੰ ਫੜਿਆ ਸੀ ਉਹਨੂੰ, ਤੇ ਅੱਜ ਜਿਸ ਤਰ੍ਹਾਂ ਬੇਟੀ ਨੇ ਦੱਸਿਆ ਸੀ ਕਿ ਅੱਜ ਉਹਦੀ ਉੱਥੇ ਬੇਲ ਤੇ ਕੰਸੀਡਰੇਸ਼ਨ ਸੀ, ਤੇ ਜੇ ਅੱਜ ਬੇਲ ਨਹੀਂ ਹੁੰਦੀ ਤੇ ਇਹ ਸੋਮਵਾਰ ਤੇ ਐਡਜਰਨ ਕੀਤੀ ਜਾਊਗੀ। ਇਹਦੇ ਵਿੱਚ ਜੇਕਰ ਇਹ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਤਾਂ ਇਹ ਧਾਰਾਵਾਂ ਤੁਹਾਨੂੰ ਲੱਗਦਾ ਵੀ ਠੀਕ ਹੈਗੀਆਂ ਨੇ ਬੱਚਿਆਂ ਦੇ ਨਾਲ ਜਿਨ੍ਹਾਂ ਨਾਲ ਧੋਖਾਧੜੀ ਕੀਤੀ ਹੋਈ ਹੈ? ਮੈਨੂੰ ਨਹੀਂ ਲੱਗਦਾ ਕਿ ਇਹ ਧਾਰਾਵਾਂ ਜਿਹੜੀਆਂ ਵਾ ਇਹ ਬੱਚਿਆਂ ਦੀ ਕੇਸ ਜਾਂ ਬੱਚਿਆਂ ਦੀਆਂ FRIs ਨੂੰ ਦੇਖ ਕੇ ਲਾਈਆਂ ਗਈਆਂ, ਕਿਉਂਕਿ ਇਹ ਧਾਰਾ ਹੋ ਸਕਦਾ, ਇਹ ਧਾਰਾ ਇਸ ਕਰਕੇ ਲਾਈਆਂ ਗਈਆਂ ਕਿ ਬਰਜੇਸ਼ ਮਿਸ਼ਰਾ ਦੇ ਕੋਲੋਂ ਜਿਹੜੇ ਡਾਕੂਮੈਂਟਸ ਹੁਣ ਮਿਲੇ ਆ ਉਹ ਡਾਕੂਮੈਂਟਸ ਫੋਰਜ ਹੋਣ, ਕਿਉਂਕਿ ਇੰਡੀਵਿਜੂਅਲ ਉਹਦੇ ਆਪਣੇ ਕੇਸ ਦਾ ਹੋ ਸਕਦਾ ਹੈ। ਜਿਹੜੀਆਂ ਅਸੀਂ FIR ਦਰਜ ਕਰਵਾਈਆਂ ਜਾਂ ਹੋਰ ਪੇਰੈਂਟਸ ਦੀਆਂ 47 ਨੰਬਰ ਹੈ, ਸਾਡੀ 55 ਨੰਬਰ ਹੈ, 56 ਨੰਬਰ ਆ, ਜਾਂ ਬਾਹਰ ਬੱਚੇ ਧਰਨੇ 'ਤੇ ਬੈਠੇ ਬੱਚਿਆਂ ਨੇ ਕੋਈ ਉੱਧਰ ਕੰਪਲੇਂਟਸ ਕੀਤੀਆਂ ਹੋਣ, ਉਹਨਾਂ ਸਾਰੀਆਂ ਕੰਪਲੇਂਟਸ ਦੇ ਤੇ ਐਕਸ਼ਨ ਲੈਣ ਲਈ ਇਹ FIR ਨਹੀਂ ਦਰਜ ਕੀਤੀ ਗਈ। ਇਹ FIR ਜਿਹੜੀ ਦਰਜ ਹੋਈ ਹੈ ਉਹ ਜਿੱਥੋਂ ਤੱਕ ਐਟ ਅ ਫਸਟ ਗਲਾਂਸ ਸਾਨੂੰ ਲੱਗਦਾ ਹੈ ਉਹ ਇਹ ਹੈ ਕਿ ਬਰਜੇਸ਼ ਮਿਸ਼ਰਾ ਨੇ ਰਿਪਰੈਜ਼ੈਂਟ ਕੀਤਾ ਹੈ। ਹੋ ਸਕਦਾ ਫਾਰ ਹਿਮਸੈਲਫ, ਉਹਦੇ ਆਪਣੇ ਲਈ ਹੋਵੇ, ਕਿਉਂਕਿ ਉਹ ਆਪ ਹੀ ਕੋਈ ਡਾਕੂਮੈਂਟ ਗਲਤ ਬਣਾ ਕੇ ਗਿਆ ਹੋਵੇ। ਕਿਉਂਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਪਿਛਲੇ ਮਹੀਨੇ ਤੋਂ ਇੱਧਰ ਅਸੀਂ ਸਾਡੇ CP ਸਾਹਿਬ ਦੀ ਸਟੇਟਮੈਂਟ ਵੀ ਸੀ ਕਿ LOC ਇਸ਼ੂ ਕੀਤੀ ਗਈ ਹੈ ਇਹਨੂੰ ਫੜਨ ਵਾਸਤੇ, ਤੇ ਸਾਡੇ ਏਅਰਪੋਰਟਸ 'ਤੇ ਵੀ ਖਬਰ ਹੈਗੀ ਆ, ਤੇ ਬਾਕੀ ਬਾਹਰ ਏਅਰਪੋਰਟਸ 'ਤੇ ਵੀ ਖਬਰ ਹੋਏਗੀ ਕਿ ਜਿਹੜਾ ਬਰਜੇਸ਼ ਮਿਸ਼ਰਾ ਵਾ ਇਹ ਕਿਤੇ ਭੱਜ ਨਾ ਪਾਏ। ਤੇ ਹੋ ਸਕਦਾ ਇਹਨੇ ਕੋਈ ਫੌਜ ਡਾਕੂਮੈਂਟ ਬਣਾਏ ਹੋਣ ਜਿਨ੍ਹਾਂ ਦੇ ਕਾਰਨ ਇਹ ਕੈਨੇਡਾ 'ਚ ਐਂਟਰ ਕੀਤਾ ਹੋਵੇ, ਤੇ ਉਹਨਾਂ ਡਾਕੂਮੈਂਟਸ ਦਾ ਕਰਕੇ ਉਹਨਾਂ ਨੇ ਇੱਥੇ FIR ਕੀਤੀ ਹੋਵੇ। ਮੈਂ ਨਹੀਂ ਕਹਿੰਦੀ ਕਿ ਇਹ ਜਿਹੜਾ ਸਾਡੇ ਨਾਲ ਉਹਨੇ ਕ੍ਰਾਈਮ ਕਮਿਟ ਕੀਤਾ ਜਾਂ ਜਿਹੜੀਆਂ ਸਾਡੀਆਂ ਕੰਪਲੇਂਟਸ ਆ ਉਹਨਾਂ ਕੰਪਲੇਂਟਸ 'ਤੇ ਇਹ FIR ਆ, ਇਹ FIR ਉਹਨਾਂ 'ਤੇ ਨਹੀਂ ਆ। ਹਾਂ, ਹੋ ਸਕਦਾ ਉਹਨੂੰ ਕਸਟਡੀ 'ਚ ਆ, ਉਹ ਟਰਾਇਲ ਫੇਸ ਕਰੇ, ਤੇ ਫਿਰ ਜਿਹੜੀਆਂ ਉੱਥੋਂ ਦੀਆਂ ਕੋਰਟਸ ਹੈ ਜਾਂ ਪਬਲਿਕ ਪ੍ਰੋਸੀਕਿਊਟਰ ਉੱਥੇ ਹੋਏ ਉਹ ਸਾਡੇ ਸਾਰਿਆਂ ਦੇ ਕੇਸ ਪੁੱਟ ਅਪ ਕਰੇ ਕਿ ਆ ਦੇਖੋ ਇੱਥੇ ਇਹ ਕੇਸ ਨਹੀਂ ਆ, ਇੱਥੇ ਬਹੁਤ ਸਾਰੇ ਬਾਕੀ ਕੇਸ ਵੀ ਆ, ਜਿਸ ਤਰ੍ਹਾਂ ਸਾਡੀ ਇੰਡੀਅਨ ਜੁਡੀਸ਼ਰੀ 'ਚ ਹੁੰਦਾ। ਜਿਵੇਂ ਇਹ ਬਰਜੇਸ਼ ਮਿਸ਼ਰਾ ਹੁਣ ਫੜਿਆ ਗਿਆ, ਇਹਦੇ ਫੜੇ ਜਾਣ ਦੇ ਨਾਲ ਕੁਝ ਬੱਚਿਆਂ ਨੂੰ ਰਾਹਤ ਮਿਲ ਸਕਦੀ ਹੈ ਜਾਂ ਫਿਰ ਨੁਕਸਾਨ ਹੋਊਗਾ? ਬੱਚਿਆਂ ਨੂੰ ਰਾਹਤ ਇਹਦੇ ਫੜਨ ਨਾਲ ਤੇ ਮੈਨੂੰ ਲੱਗਦਾ ਡਾਇਰੈਕਟਲੀ ਨਹੀਂ ਮਿਲਣ ਵਾਲੀ, ਕਿਉਂਕਿ ਠੀਕ ਹੈ ਅਸੀਂ ਐਲੀਗੇਸ਼ਨ ਲਗਾਏ ਕਿ ਫੌਰਜ ਡਾਕੂਮੈਂਟ ਇਹਨੇ ਬਣਾਏ ਤੇ ਇਹਦੇ ਕਾਰਨ ਉਹ ਫੜਿਆ ਗਿਆ ਤੇ ਹੁਣ ਉਸ ਕੋਰਟ ਨੇ ਉਹਨੂੰ ਟਰਾਈ ਕਰਨਾ, ਤੇ ਉਹ ਫਿਲਹਾਲ ਜਿਹੜਾ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਜਸਟਿਨ ਟਰੂਡੋ ਦੀ ਸਟੇਟਮੈਂਟ ਸੀ, ਫਿਰ ਉਹਨਾਂ ਦੇ ਫੋਰਨ ਮਿਨਿਸਟਰ ਦੀ ਸਟੇਟਮੈਂਟ ਸੀ, ਇਹਨਾਂ ਦੋਨੋਂ ਸਟੇਟਮੈਂਟਸ ਦੇ ਵਿੱਚ ਇਹ ਸੀ ਕਿ ਇੱਕ ਫਾਈਲ ਨੂੰ ਸਕਰੂਟਨਾਈਜ਼ ਕੀਤਾ ਜਾਊਗਾ। ਜਿਹੜੇ ਬੱਚੇ ਦੇ ਡਾਕੂਮੈਂਟ ਗਲਤ ਹੋਣਗੇ ਉਹਨਾਂ ਨੂੰ ਉਸ ਤਰ੍ਹਾਂ ਕੰਸੀਡਰ ਕਰਕੇ ਉਹਦੀ PR ਦੀ ਫਾਈਲ 'ਤੇ ਇਫੈਕਟ ਪਊਗਾ ਉਹਦਾ, ਪਲੱਸ ਇਹ ਦੇਖਿਆ ਜਾਊਗਾ ਕਿ ਉਹ ਡਾਕੂਮੈਂਟ ਫੋਰਜ ਕਰਨ ਵਿੱਚ ਬੱਚਿਆਂ ਦਾ ਕਿੰਨਾ ਹੱਥ ਆ। ਤੇ ਜੇ ਹੁਣ ਇੱਦਾਂ ਤਾਂ ਹੈ ਨਹੀਂ ਕਿ ਮਿਸ਼ਰਾ ਜਾ ਕੇ ਕਹਿ ਦੂਗਾ ਕਿ ਮੇਰਾ ਹੱਥ ਆ, ਕਨਫੈਸ਼ਨ ਤਾਂ ਨਹੀਂ ਕਰਨ ਲੱਗਾ, ਉਹ ਤਾਂ ਡਾਕੂਮੈਂਟ ਜਿਹੜੇ ਵੀ ਉਹਦੇ ਗਲਤ ਹੋਣਗੇ ਉਹਦੇ ਇੰਡੀਵਿਜੂਅਲ ਹੋਣਗੇ ਜਾਂ ਉਹਨੇ ਸਾਡੀਆਂ ਫਾਈਲਾਂ ਨਾਲ ਲਾਏ ਹੋਣਗੇ ਉਹਨਾਂ ਸਾਰਿਆਂ ਨੂੰ ਟਰਾਇਲ ਫੇਸ ਕਰੂਗਾ, ਉਹ ਤਾਂ ਪਲੀਡ ਕਰੂਗਾ ਕਿ ਮੈਂ ਗਿਲਟੀ ਨਹੀਂ ਆ।
ਇਸ ਜਦੋਂ ਧਰਨਾ ਲੱਗਾ ਸੀ ਪੂਰਾ ਪ੍ਰੈਸ਼ਰ ਵੀ ਸੀਗਾ ਉਧਰਲੀ ਗਵਰਨਮੈਂਟ ਦੇ ਉੱਪਰ, ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਬੱਚਿਆਂ ਨੂੰ ਡਿਪੋਰਟ ਨਹੀਂ ਕਰ ਰਹੇ, ਤਾਂ ਅਸੀਂ ਫਾਈਲਾਂ ਚੈੱਕ ਕਰਾਂਗੇ, ਜਿਹਦੀ ਗਲਤੀ ਹੋਊਗੀ ਉਹਨੂੰ ਸਜ਼ਾ ਦਿੱਤੀ ਜਾਊਗੀ। ਤੁਹਾਨੂੰ ਲੱਗਦਾ ਕਿ ਉਹ ਆਪਣੀ ਜ਼ਬਾਨ ਦੇ ਉੱਪਰ ਉਹ ਕਾਇਮ ਹੈਗੇ ਨੇ, ਬੱਚਿਆਂ ਦੇ ਉੱਪਰ ਰਾਹਤ ਵਾਲੀ ਜਿਹੜੀ ਕਹਿ ਸਕਦੇ ਆ ਕਿ ਰਾਹਤ ਮਿਲੀ ਹੈ, ਕਿ ਜਾਂ ਫਿਰ ਉਹ ਸਿਰਫ ਇੱਕ ਬਿਆਨ ਹੀ ਸੀਗਾ? ਐਕਚੁਅਲੀ ਇਸ ਤਰ੍ਹਾਂ ਕਿ ਬੱਚੇ ਸਟ੍ਰਾਈਕ ਤੇ ਬੈਠ ਕੇ, ਗਵਰਨਮੈਂਟ ਤੇ ਪ੍ਰੈਸ਼ਰ ਹੋਇਆ, ਮੀਡੀਆ ਨੇ ਇੱਧਰੋਂ ਪ੍ਰੈਸ਼ਰ ਪਾਇਆ, ਤੇ ਉਹਨਾਂ ਨੇ ਕਿਹਾ ਕਿ ਅਸੀਂ ਫਾਈਲਾਂ ਦੇਖਾਂਗੇ। ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਇਹਨਾਂ ਨੂੰ ਨਹੀਂ ਭੇਜਾਂਗੇ, ਉਹਨਾਂ ਨੇ ਨਹੀਂ ਕਿਹਾ ਕਿ ਡਿਪੋਰਟ ਨਹੀਂ ਕਰਾਂਗੇ, ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਫਾਈਲਾਂ ਅਸੈਪਟ ਕਰ ਲਈਆਂ। ਠੀਕ ਹੈ, ਉਹਨਾਂ ਨੇ ਸਿਰਫ ਇਹ ਕਿਹਾ ਅਸੀਂ ਸੁਣਾਂਗੇ। ਇਹਦਾ ਮਤਲਬ ਸਾਡਾ ਸਾਰਾ ਪ੍ਰੈਸ਼ਰ ਪਾਉਣ ਤੇ ਬੱਚਿਆਂ ਦਾ ਧਰਨੇ ਤੇ ਬਹਿਣ ਦਾ ਸਿਰਫ ਇੰਨਾ ਅਸਰ ਹੋਇਆ ਕਿ ਉਹਨਾਂ ਦੇ ਮੂੰਹ ਚੋਂ ਇੰਨੀ ਗੱਲ ਨਿਕਲੀ ਕਿ ਅਸੀਂ ਸੁਣਾਂਗੇ। ਤੇ ਸੁਣਨਾ ਫਿਰ ਵੀ ਉਹਨਾਂ ਨੇ ਔਨ ਮੈਰਿਟਸ ਹੀ ਆ। ਠੀਕ ਹੈ, ਹੁਣ ਔਨ ਮੈਰਿਟਸ ਹੁੰਦੇ ਆ, ਜਿਸ ਤਰ੍ਹਾਂ ਮੈਂ ਦੱਸਿਆ ਕਿ ਫੋਰਨ ਮਿਨਿਸਟਰ ਦਾ ਬਿਆਨ ਸੀਗਾ ਕਿ ਇੱਕ ਇੱਕ ਫਾਈਲ ਨੂੰ ਦੇਖਿਆ ਜਾਊਗਾ, ਜੇ ਤੁਸੀਂ ਮਤਲਬ ਬੱਚੇ ਕਿਤੇ ਫਾਲਟ ਤੇ ਆ ਤਾਂ ਉਹਨਾਂ ਨੂੰ ਉਸ ਗੱਲ ਦੀ ਪਨਿਸ਼ਮੈਂਟ ਮਿਲੂਗੀ। ਤੇ ਹੁਣ ਜਿਹੜੇ ਡਾਕੂਮੈਂਟਸ ਅਸੀਂ ਪ੍ਰੋਕਿਓਰ ਕੀਤੇ ਆ, ਅਸੀਂ ਡਾਕੂਮੈਂਟਸ ਬੱਚਿਆਂ ਦੇ ਉਹਨਾਂ ਨੂੰ ਕੰਸਲਟੈਂਟ ਨੂੰ ਦਿੱਤੇ ਆ, ਜੇ ਉਹਨਾਂ ਡਾਕੂਮੈਂਟ ਦੇ ਵਿੱਚ ਕੋਈ ਫੋਰਜਰੀ ਆਉਂਦੀ ਆ ਤੇ ਉਹ ਸਾਡਾ ਫਾਲਟ ਆ, ਬੱਚਿਆਂ ਦਾ ਫਾਲਟ ਆ। ਤੇ ਜੇ ਉਹ ਡਾਕੂਮੈਂਟ ਜਿਹੜੇ ਕਿ ਸਾਡੇ ਏਜੰਟ ਨੇ ਆਪ ਪ੍ਰੋਕਿਓਰ ਕਰਨੇ ਸੀ, ਉਹਨੇ ਫਾਈਲਾਂ ਮੰਗਵਾਉਣੀਆਂ ਸੀ, ਉਹਨੇ ਉੱਧਰੋਂ ਯੂਨੀਵਰਸਿਟੀ ਤੋਂ ਆਫਰ ਲੈਟਰ ਮੰਗਵਾਉਣੀਆਂ ਸੀ, ਜਿਹੜੀਆਂ ਸਾਡੇ ਬੱਸ ਦਾ ਨਹੀਂ ਸੀ, ਜੇ ਉਹ ਡਾਕੂਮੈਂਟ ਕਿਤੇ ਫੋਰਜ ਨਿਕਲਦੇ ਆ ਤੇ ਉਹਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਦੀਆਂ ਕੋਰਟਸ ਇਹਨੂੰ ਕਿੱਦਾਂ ਵਿੱਚੋਂ ਸਨਿਫ ਕਰਨਗੀਆਂ ਕਿ ਬੱਚੇ ਦੀ ਇਨਵੋਲਵਮੈਂਟ ਹੈਗੀ ਕਿ ਨਹੀਂ। ਇੱਕ ਐਗਜ਼ਾਮਪਲ ਆ, ਮੰਨ ਲਓ ਮੇਰੇ ਬੱਚੇ ਦਾ ਡਾਕੂਮੈਂਟ ਫੋਰਜ ਆ ਤੇ ਅਸੀਂ ਕਹਿੰਦੇ ਪਏ ਕਿ ਅਸੀਂ ਫੋਰਜਰੀ ਨਹੀਂ ਕੀਤੀ, ਅਸੀਂ ਇਹਨੂੰ ਆਪਣੇ ਡਾਕੂਮੈਂਟ ਦਿੱਤੇ, ਇਹਨੇ ਪ੍ਰੋਕਿਓਰ ਕੀਤੀ ਲੈਟਰ, ਇਹਨੇ ਫੋਰਜ ਲੈਟਰ ਲਾਈ, ਬੱਚਾ ਮੈਂ ਮਾਈਨਰ ਸੀ, ਬੱਚੇ ਦੀ ਫਾਈਲ ਨਾਲ ਜਾ ਕੇ ਇਹਨੇ ਸਬਮਿਟ ਕਰਾਤੀ, ਬੱਚੇ ਦੀ ਫਾਈਲ ਸਬਮਿਟ ਹੋ ਗਈ। ਹੁਣ ਇਹਦੇ ਵਿੱਚ ਉਹ ਕਿੱਦਾਂ ਸਨਿਫ ਕਰਨਗੇ, ਕਿੱਦਾਂ ਸੌਰਟ ਆਊਟ ਕਰਨਗੇ ਕਿ ਬੱਚੇ ਨੂੰ ਪਤਾ ਸੀ, ਕਿ ਬੱਚੇ ਦੀ ਇਨਵੋਲਵਮੈਂਟ ਸੀ। ਉਹ ਇਹ ਵੀ ਸਵਾਲ ਪੁੱਛ ਸਕਦੇ ਆ ਕਿ ਜਦੋਂ ਤੁਹਾਡਾ ਦਾਖਲਾ ਜਿਹੜੇ ਕਾਲਜ ਜਾਂ ਯੂਨੀਵਰਸਿਟੀ 'ਚ ਕਰਵਾਉਣ ਲਈ ਇਸ ਨੇ ਭੇਜੇ ਸੀਗੇ ਉੱਥੇ ਨਹੀਂ ਹੋਇਆ, ਤੇ ਉਦੋਂ ਕਾਰਵਾਈ ਕਿਉਂ ਨਹੀਂ ਕੀਤੀ? ਇਹ ਵੀ ਸਵਾਲ ਉੱਠ ਸਕਦਾ ਬੱਚਿਆਂ ਦੇ ਉੱਪਰ। ਬਿਲਕੁਲ ਜੀ, ਉਹ ਵੀ ਸਵਾਲ ਉੱਠ ਸਕਦਾ ਬੱਚਿਆਂ 'ਤੇ ਕਿ ਉਹਨੂੰ ਕਾਰਵਾਈ ਨਹੀਂ ਕੀਤੀ। ਬੱਚਿਆਂ ਨੇ ਕੰਟੈਕਟ ਕੀਤਾ, ਈਵਨ ਬਰਜੇਸ਼ ਮਿਸ਼ਰਾ ਨੇ ਸਿੱਧੀ ਬੇਟੀ ਨਾਲ ਗੱਲ ਕੀਤੀ, ਉਹਨੂੰ ਕਿਹਾ ਕਿ ਤੇਰੀ ਐਡਮਿਸ਼ਨ ਦੇ ਵਿੱਚ ਕੋਈ ਇਸ਼ੂ ਚੱਲਦਾ ਪਿਆ ਤੇ ਇਸ ਕਰਕੇ ਤੈਨੂੰ ਇੱਧਰ ਐਡਮਿਸ਼ਨ ਕੈਂਸਲ ਹੋ ਗਈ। ਫਿਰ ਹੌਲੀ ਹੌਲੀ ਕਹਿਤਾ ਰਿਫੰਡ ਹੋ ਗਿਆ। ਉਹ ਸਾਰਾ ਪ੍ਰੋਸੈਸ ਨੇ 1.5 ਮਹੀਨਾ ਲੈ ਲਿਆ ਤੇ ਬੱਚੇ ਨੂੰ ਕਹਿਤਾ ਕਿ ਤੂੰ ਕਿਤੇ ਹੋਰ ਐਡਮਿਸ਼ਨ ਲੈ ਲਾ, ਇਹ ਨਹੀਂ ਹੋਣੀ, ਇੱਥੇ ਕੈਂਸਲ ਹੋ ਗਈ। ਇੱਕ ਲੇਮੈਨ ਨੂੰ ਜੇ ਕਹੀਏ ਕਿ ਹਾਂ ਤੇਰੀ ਐਡਮਿਸ਼ਨ ਅਸੀਂ ਕਰਾਉਣੀ ਸੀ ਪਰ ਇਹ ਨਹੀਂ ਹੋਈ, ਤੇਰੇ ਪੈਸੇ ਰਿਫੰਡ ਹੋ ਜਾਣਗੇ, ਤੂੰ ਕਿਤੇ ਹੋਰ ਪੜ੍ਹ ਲਾ। ਤੇ ਉਹਦੇ ਵਿੱਚ ਬੱਚਾ ਸ਼ੀ ਇਜ਼ ਨਾਟ ਇਨਫ ਮੈਚਿਓਰ ਕਿ ਉਹਨੂੰ ਹੀ ਪਤਾ ਲੱਗੇ ਕਿ ਹਾਂ ਮੈਂ ਹੁਣ ਕਿਸੇ ਹੋਰ ਕਾਲਜ ਜਾਣਾ ਤੇ ਇੱਥੇ ਕੀ ਪ੍ਰੋਸੈਸ ਆ। ਹੁਣ ਮੈਨੂੰ ਹੋਰ ਕਾਲਜ ਜਾਣ ਵਾਸਤੇ ਪਹਿਲਾਂ ਇਨਫੋਰਮ ਕਰਨਾ ਪੈਣਾ ਐਮਬੈਸੀ ਨੂੰ, ਠੀਕ ਹੈ, ਜਾਂ ਹੋਰ ਕਾਲਜ ਜਾਊਂਗੀ ਤੇ ਮੈਨੂੰ ਸ਼ੈਰੀਡਨ ਨੂੰ ਇਨਫੋਰਮ ਕਰਨਾ ਪੈਣਾ, ਜਾਂ ਫਿਰ ਮੈਨੂੰ ਮਿਸ਼ਰੇ ਨੂੰ ਇਨਫੋਰਮ ਕਰਨਾ ਪੈਣਾ। ਬੱਚੇ ਨੂੰ ਤਾਂ ਪਤਾ ਹੀ ਨਹੀਂ ਮੈਂ ਕਿਹਨੂੰ ਇਨਫੋਰਮ ਕਰਾਂ। ਬੱਚੇ ਨੂੰ ਅਸੀਂ ਕਹਿ ਦਿੱਤਾ ਐਡਮਿਸ਼ਨ ਕੈਂਸਲ ਹੋ ਗਈ, ਠੀਕ ਹੈ, ਇਹਦਾ ਮਤਲਬ ਨਹੀਂ ਹੋਣੀ ਉੱਥੇ। ਬੱਚੇ ਨੇ ਪੜ੍ਹਨਾ, ਉਹਦਾ ਇੱਕ ਸਮੈਸਟਰ ਖਰਾਬ ਗਿਆ, ਟਾਈਮ ਖਰਾਬ ਗਿਆ। ਤੇ ਬੱਚੇ ਨੂੰ ਜਿਹੜਾ ਕਾਲਜ ਠੀਕ ਲੱਗਾ, ਜਿੱਦਾਂ ਅਸੀਂ ਫੈਮਿਲੀ ਫਰੈਂਡ ਸੀਗਾ ਸਾਡਾ ਉੱਥੇ, ਉਹਨੇ ਜਾ ਕੇ ਲੱਭਿਆ। ਬੱਚੇ ਨੇ ਤਾਂ ਕਿੱਥੇ ਲੱਭਣਾ ਸੀ, ਉਹ ਤਾਂ ਇਹ ਵੀ ਨਹੀਂ ਜਾ ਕੇ ਲੱਭ ਸਕਦੇ ਕਿ ਮੈਂ ਲੱਭਾਂ ਤੇ ਮੈਨੂੰ ਹੋਰ ਕਿਹੜਾ ਕਾਲਜ ਮਿਲੂਗਾ, ਕਿਉਂਕਿ +2 ਤੋਂ ਬਾਅਦ ਮੈਨੂੰ ਨਹੀਂ ਲੱਗਦਾ ਬੱਚੇ ਕੋਈ ਇੰਨੇ ਇੰਟੈਲੀਜੈਂਟ ਜਾਂ ਮੈਚਿਓਰ ਹੁੰਦੇ ਆ ਜਾਂ ਉਹ ਐਕਸਪੀਰੀਅੰਸ ਸਟੈਂਡਰਡ ਹੁੰਦੇ ਕਿ ਕਿਸੇ ਦੂਜੇ ਦੇਸ਼ ਜਾ ਕੇ ਆਪੇ ਕਾਲਜ ਲੱਭ ਲੈਣ। ਠੀਕ ਹੈ, ਇਸ ਕਰਕੇ ਜਦੋਂ ਦੂਜੇ ਕਾਲਜ ਵਾਲਿਆਂ ਨੇ ਵੀ ਇਹਨੂੰ ਕੁਐਸਚਨ ਨਹੀਂ ਕੀਤਾ, ਇੱਕ ਇੰਡੀਅਨ ਸਟੂਡੈਂਟ ਆ, ਕੈਨੇਡਾ 'ਚ ਪੜ੍ਹਨ ਆਇਆ, ਜਿਹੜੇ ਕਾਲਜ ਆਇਆ ਉਹਦੀ ਇੱਕ ਆਫਰ ਲੈਟਰ ਨਹੀਂ ਹੈਗੀ, ਫਿਰ ਉਸ ਕਾਲਜ ਨੇ ਕਿਉਂ ਨਹੀਂ ਕੁਐਸਚਨ ਕੀਤਾ? ਠੀਕ ਹੈ, ਤੇ ਫਿਰ ਜਿਹੜੀਆਂ ਆਫਰ ਲੈਟਰਾਂ ਲਾ ਕੇ ਜਿੱਥੇ ਜਿੱਥੇ ਤੱਕ ਫਾਈਲ ਗਈ, ਕਿਤੇ 50 ਜਗ੍ਹਾ ਤੇ ਚੈੱਕ ਹੋਈ ਹੋਏਗੀ, ਕਿਸੇ ਨੇ ਵੀ ਨਹੀਂ ਦੇਖਿਆ ਆਫਰ ਲੈਟਰ ਫੇਕ। ਕਹਿ ਸਕਦੇ ਵੀ ਜਿਵੇਂ ਇੱਕਦਮ ਉਹਨਾਂ ਨੇ ਪ੍ਰੈਸ਼ਰ ਸਰਕਾਰ ਦੇ ਉੱਪਰ ਪਿਆ ਕੈਨੇਡਾ ਦੀ, ਤਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਜਾਂ ਧਰਨਾ ਚੁਕਾਉਣ ਲਈ ਕਹਿਤੀ ਜਾਂ ਪ੍ਰੈਸ਼ਰ ਨੂੰ ਥੋੜ੍ਹਾ ਜਿਹਾ ਹੌਲਾ ਕਰਨ ਲਈ ਕਹਿਤੀ, ਪਰ ਅਸਲ ਦੇ ਵਿੱਚ ਅਜੇ ਵੀ ਇਹ ਡਿਪੋਰਟ ਦੀ ਤਲਵਾਰ ਬੱਚਿਆਂ ਦੇ ਉੱਪਰ ਲਟਕਦੀ ਪਈ ਹੈ, ਜਾਂ ਪੱਕੇ ਤੌਰ ਦੇ ਉੱਪਰ ਇਹ ਨਿਕਲੀ ਨਹੀਂ ਅਜੇ? ਨਹੀਂ, ਪੱਕੇ ਤੌਰ ਤੇ ਤਾਂ ਮੈਨੂੰ ਲੱਗਦਾ ਨਹੀਂ ਨਿਕਲੂਗੀ, ਨਿਕਲਣੀ ਕੀ ਹੈ, ਨਿਕਲੂਗੀ ਵੀ, ਕਿਉਂਕਿ ਦੇਖੋ ਐਜ਼ ਅ ਹੋਲ ਸਾਰੇ ਦੇ ਸਾਰੇ ਅਸੀਂ ਨਹੀਂ ਕਹਿ ਸਕਦੇ ਸਾਰੇ ਬੱਚੇ PR ਕਰ ਦਿਓ ਜਾਂ ਡਿਪੋਰਟ ਦੀ ਤਲਵਾਰ ਨਹੀਂ ਲਟਕਦੀ ਪਈ, ਹੁਣ ਇਹ ਟੈਨਸ਼ਨ ਫ੍ਰੀ ਹੋ ਗਿਆ, ਆਊਟ ਆਫ ਡੇਂਜਰ ਆ, ਨਹੀਂ, ਕਿਉਂਕਿ ਜਿੱਦਾਂ ਉਹਨਾਂ ਦੀ ਸਟੇਟਮੈਂਟ ਆ ਕਿ ਇੱਕ ਇੱਕ ਫਾਈਲ ਦੇਖਾਂਗੇ, ਤੇ ਹੁਣ ਇਹਦਾ ਮਤਲਬ ਇਟ ਵਿਲ ਟੇਕ ਟਾਈਮ, ਲੰਬਾ ਟਾਈਮ ਚੱਲੂਗਾ। 700 ਬੱਚੇ ਦੇ ਜੇ ਕੇਸ ਕੋਰਟ 'ਚ ਪੈਂਡਿੰਗ ਹੋਣਗੇ ਤੇ ਇੱਕ ਇੱਕ ਨੂੰ ਦੇਖਦੇ ਆ ਕਿੰਨੇ ਸਾਲ ਲੱਗਣਗੇ। ਠੀਕ ਹੈ, ਫਿਰ ਜੇ ਸਾਲ ਲੱਗਣਗੇ ਤਾਂ ਉਹਨਾਂ ਦੀ ਸਕਰੂਟਨੀ ਉਹਨੂੰ ਕਰਨ ਲਈ ਜਾਂ ਇਸ ਚੀਜ਼ ਨੂੰ ਸਾਬਤ ਕਰਨ ਲਈ ਕਿ ਬੱਚੇ ਦੀ ਇਨਵੋਲਵਮੈਂਟ ਹੈਗੀ ਕਿ ਨਹੀਂ, ਜਿਹੜਾ ਉਹਨਾਂ ਨੇ ਕੁਐਸਚਨ ਪਾਤਾ ਵਿੱਚ, ਕਿ ਉਸ ਕੁਐਸਚਨ ਤੇ ਤਾਂ ਵੈਸੇ ਹੀ ਲੱਗਦਾ ਕਿ ਧੁੰਦਲਾ ਹੀ ਹੈ ਸਾਰਾ ਕੁਛ ਨਹੀਂ ਪਤਾ ਲੱਗ ਸਕਦਾ। ਤੇ ਫਿਰ ਦੇਖੋ ਫਾਈਨਲੀ ਡਿਸਾਈਡ ਉਹਨਾਂ ਨੇ ਕਰਨਾ, ਡਿਸੀਜਨ ਮੇਕਿੰਗ ਅਥਾਰਟੀ ਉਹ ਆ, ਉਹਨਾਂ ਨੇ ਦੇਖਣਾ ਕਿ ਆਹ ਬੱਚਾ ਇਨਵੋਲਵ ਹੈਗਾ ਸੀ, ਆਹ ਨਹੀਂ ਸੀ। ਠੀਕ ਹੈ, ਉੱਥੇ ਸਾਡੀ ਕੋਈ ਵਿਟਨੈਸ ਨਹੀਂ ਆ, ਉੱਥੇ ਸਾਡੇ ਕੋਈ ਸਰਕਮਸਟੈਂਸਿਸ ਨਹੀਂ ਦੇਖੇ ਜਾਣੇ। ਤੇ ਜੇ ਉਹ ਇੱਦਾਂ ਇਹ ਦੇਖਦੇ ਆ ਕਿ ਬੱਚੇ ਦੀ ਇਨਵੋਲਵਮੈਂਟ ਹੈਗੀ ਕਿ ਨਹੀਂ, ਤਾਂ ਉਹਨੂੰ ਕਿਹਨੂੰ ਇਨਵੋਲਵਮੈਂਟ ਮੰਨਦੇ ਤੇ ਕਿਹਨੂੰ ਨਹੀਂ ਮੰਨਦੇ, ਇਹਦਾ ਮਤਲਬ ਕਿ ਅਜੇ ਵੀ ਬਾਲ ਉਹਨਾਂ ਦੇ ਖੇਮੇ 'ਚ ਆ,
ਅਸੀਂ ਨਹੀਂ ਕਹਿ ਸਕਦੇ। ਬਰਜੇਸ਼ ਮਿਸ਼ਰਾ ਦੇ ਖਿਲਾਫ ਪੰਜਾਬ ਦੇ ਵਿੱਚ ਇੱਥੇ ਕੇਸ ਕੀਤਾ, ਤੁਸੀਂ ਆਪ ਖੁਦ ਲੜ ਰਹੇ ਹੋ, ਤੁਹਾਡੀ ਬੱਚੀ ਉੱਥੇ ਹੈ, ਤਾਂ ਹੁਣ ਬਰਜੇਸ਼ ਨੂੰ ਇੰਡੀਆ ਲਿਆਉਣ ਲਈ, ਪੰਜਾਬ ਲਿਆਉਣ ਦੇ ਲਈ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਾਂ ਕਦੋਂ ਕਰਨੀ ਹੈ? ਦੇਖੋ ਹੁਣ ਉਹ ਕਸਟਡੀ 'ਚ ਹੈ, ਜਿਸ ਤਰ੍ਹਾਂ ਕੈਨੇਡਾ ਦੀ ਫਿਲਹਾਲ ਉਹ ਬ੍ਰਿਟਿਸ਼ ਕੋਲੰਬੀਆ ਦੀ ਲਾਅ ਇਨਫੋਰਸਮੈਂਟ ਡਿਪਾਰਟਮੈਂਟ ਦੇ ਵਿੱਚ ਕਸਟਡੀ 'ਚ ਹੈ, ਤੇ ਅਸੀਂ ਸਾਡੇ ਕੋਰਟਸ ਬੰਦ ਆ, ਛੁੱਟੀਆਂ ਫਿਲਹਾਲ 1 ਜੁਲਾਈ ਤੱਕ, ਤੇ 1 ਜੁਲਾਈ ਨੂੰ ਕੋਰਟਸ ਖੁੱਲ੍ਹਦੇ ਆ ਤਾਂ ਅਸੀਂ ਇਹਨੂੰ ਐਕਸਟ੍ਰੈਡੀਸ਼ਨ ਦੀ ਐਪਲੀਕੇਸ਼ਨ ਦੇਵਾਂਗੇ ਕੋਰਟ ਦੇ ਵਿੱਚ। ਜਿਹੜੇ ਸਾਡੇ ਡਿਵੀਜ਼ਨ ਨੰਬਰ 6 ਦੇ ਵਿੱਚ ਪਰਚਾ ਦਰਜ ਹੈ ਤੇ ਉਹਦੇ ਇਲਾਕਾ ਮੈਜਿਸਟਰੇਟ ਜਿਹੜੇ CGM ਸਾਹਿਬ ਹੈਗੇ ਆ ਉਹਨਾਂ ਦੇ ਲਾਈ ਕਰਦੀ ਅਸੀਂ ਐਪਲੀਕੇਸ਼ਨ ਫਾਈਲ ਕਰਾਂਗੇ, ਤੇ ਉਸ ਐਪਲੀਕੇਸ਼ਨ ਤੇ ਕੋਰਟ ਆਰਡਰ ਪਾਸ ਕਰੂਗੀ, ਤੇ ਉਸ ਆਰਡਰ ਨੂੰ ਇਨਫੋਰਸ ਕਰਾਉਣ ਵਾਸਤੇ, ਕੰਪਲਾਈ ਵਿਦ ਕਰਾਉਣ ਵਾਸਤੇ ਫਿਰ ਐਕਸਟਰਨਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਇਹ ਮੈਂ ਭੇਜਦੇ ਹਾਂ ਅਸੀਂ ਆਰਡਰ, ਤੇ ਫਿਰ ਉੱਧਰੋਂ ਉਹਨੂੰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਠੀਕ ਆ, ਜਿਹੜਾ ਪਰਚਾ ਉਹਨਾਂ ਨੇ FIR ਲੌਜ ਕਰਤੀ ਜਾਂ ਪਰਚਾ ਦਰਜ ਕਰਤਾ ਕੈਨੇਡੀਅਨ ਗਵਰਨਮੈਂਟ ਨੇ, ਤੇ ਉਹ ਟਰਾਇਲ ਫੇਸ ਕਰੂਗਾ, ਤੇ ਉੱਧਰੋਂ ਅਸੀਂ ਆਪਣਾ ਜਿਹੜਾ ਇੱਥੇ ਸਾਡੇ 3 ਪਰਚੇ ਹੈਗੇ ਆ, ਜੇ ਸਾਡੀ ਕੇਸ ਵਿੱਚ ਆ ਜਾਂਦਾ 2-3 ਕੇਸ ਹੋਰ ਵੀ ਹੈਗੇ ਆ, ਜੇ ਉਹਨਾਂ 'ਚ ਵੀ ਸੇਮ ਪ੍ਰੋਸੈਸ ਹੁੰਦਾ ਤੇ 3-4 ਕੇਸਾਂ 'ਚ ਉਹ ਵਾਂਟਡ ਹੋਊਗਾ, ਤੇ ਕੋਰਟਾਂ ਵੀ ਇਹਨੂੰ ਕੰਸੀਡਰ ਕਰਨਗੀਆਂ, ਤੇ ਅਸੀਂ ਉਹਨੂੰ ਅਗਰ ਆਰਡਰ ਹੋ ਜਾਂਦਾ ਤੇ ਅਸੀਂ ਉਹਨੂੰ ਇੰਡੀਆ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਟਰਾਇਲ ਫੇਸ ਕਰੇ ਤੇ ਉਹਨੂੰ ਪਨਿਸ਼ਮੈਂਟ ਮਿਲੇ। ਧੰਨਵਾਦ ਗੱਲਬਾਤ ਕਰ ਲਈ। ਤਾਂ ਇਹ ਨੇ ਐਡਵੋਕੇਟ ਨਵਜੋਤ ਕੌਰ ਸਿੱਧੂ, ਜਿਨ੍ਹਾਂ ਨੇ ਕੇਸ ਕੀਤਾ, ਇਹਨਾਂ ਦੀ ਬੇਟੀ ਉੱਥੇ ਹੈ, ਬੇਟੀ ਵੀ ਇਹਨਾਂ ਚੀਜ਼ਾਂ ਨੂੰ ਫੇਸ ਕਰ ਰਹੀ ਹੈ, ਤਾਂ ਇੱਥੇ ਆਪ ਹੀ ਕੇਸ ਲੜਦੇ ਪਏ ਆ। ਬਰਜੇਸ਼ ਮਿਸ਼ਰਾ ਜਿਹੜਾ ਮੇਨ ਅਕਿਊਜ਼ ਦੋਸ਼ੀ ਮੰਨਿਆ ਜਾ ਰਿਹਾ ਹੈ ਕਿ ਜਿਹਨੇ ਇਹਨਾਂ 700 ਬੱਚਿਆਂ ਦੇ ਨਾਲ ਧੋਖਾ ਕਰਕੇ ਗਲਤ ਪੇਪਰ ਲਾ ਕੇ ਉਹਨਾਂ ਨੂੰ ਉੱਧਰ ਭੇਜਿਆ, ਤੇ ਉੱਧਰ ਹੁਣ ਉਹ PR ਨਹੀਂ ਹੋ ਰਹੇ। ਵੱਡਾ ਸਵਾਲ ਇਹ ਵੀ ਹੈ ਕਿ ਹਾਲਾਂਕਿ ਉੱਥੋਂ ਦੀ ਗਵਰਨਮੈਂਟ ਨੇ ਇਹ ਗੱਲ ਤਾਂ ਕਹਿ ਦਿੱਤੀ ਸੀ ਕਿ ਅਸੀਂ ਇਹਨਾਂ ਨੂੰ ਰਿਪੋਰਟ ਨਹੀਂ ਕਰਾਂਗੇ, ਪਰ ਜਿੱਦਾਂ ਵਿੱਚੋਂ ਵਿੱਚ ਜਿਹੜੀਆਂ ਘੁੰਡੀਆਂ ਕਹਿ ਸਕਦੇ ਆ ਜਾਂ ਫਿਰ ਜਿਹੜੇ ਟੈਕਨੀਕਲ ਪੁਆਇੰਟਸ ਹੈਗੇ ਆ, ਅਜੇ ਵੀ ਉਹਨਾਂ ਬੱਚਿਆਂ ਦੇ ਸਿਰਾਂ ਦੇ ਉੱਪਰ ਡਿਪੋਰਟ ਦੀ ਜਿਹੜੀ ਤਲਵਾਰ ਹੈ ਉਹ ਲਟਕਦੀ ਪਈ ਹੈ। ਬਰਜੇਸ਼ ਮਿਸ਼ਰਾ ਗ੍ਰਿਫਤਾਰ ਹੋ ਚੁੱਕਾ ਹੈ, ਕਿਹੜੀਆਂ ਚੀਜ਼ਾਂ ਉਸਦੇ ਕੋਲੋਂ ਨਿਕਲਦੀਆਂ ਨੇ ਇਹ ਦੇਖਣਾ ਬਹੁਤ ਅਹਿਮ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।